9-10 किलो दिंदी ਜਾਂ 2 ਟਾਈਮਾਂ ਦਾ? ਹੁਣ ਦਿੰਦੀ ਹੈ, ਪਹਿਲਾਂ ਇੱਕ ਟਾਈਮ ਦਾ ਦਿੰਦੀ ਸੀ 9-10 ਕਿਲੋ ਤੋਂ। ਤੇ ਇਹ ਕੰਮ ਨਫਾ ਬਖਸ਼ ਜਾਂ ਨੁਕਸਾਨ ਦੇ? ਨਹੀਂ, ਫਾਇਦਾ ਹੀ ਲੱਗਦਾ ਹੈ। ਬੰਦਾ ਜੇ ਸਹੀ ਕੰਮ ਨੀਅਤ ਨਾ ਕਰੇ ਇਮਾਨਦਾਰੀ ਨਾਲ ਤਾਂ ਠੀਕ ਹੈ, ਜੇ ਨਹੀਂ ਤਾਂ ਹੁਣ ਤੇ ਫਿਰ ਨੁਕਸਾਨ ਵੀ ਜੋ ਹੋ ਜੇ ਬੇਈਮਾਨੀ ਕਰੇ ਬੰਦਾ। ਆਂਦਾ ਤਾਂ ਸਹੀ ਹੈ, ਫਿਰ ਨਾਲ ਬੰਦਾ ਪਿਛਾ ਜੇ ਮੁੰਡਾ ਨੱਸ ਗਿਆ ਸੀ 2-2.5 ਮਹੀਨੇ ਹੋਏ ਨੇ, ਆਪੀ ਤੇ ਹਰ ਨਹੀਂ ਕਦੀ ਕੀਤਾ। ਫਿਰ ਨਾਲ ਧਾਰਾਂ ਛਾਂ ਦੀ ਜਾਂਚ ਤੇ ਕੋਈ ਨਹੀਂ ਹੈ, ਆਪੀ ਜਿਹੜਾ ਨਾਲ ਫਿਰ ਦੌੜ ਭੱਜ ਕਰਕੇ ਡੰਗਰ ਗਾਂ ਪਿਛਾ ਬੰਨੇ ਬੁੰਨੇ ਪੱਠੇ ਵੀ ਪਾਉਣੇ ਪੈਣ ਤੇ ਪਾ ਲਈ ਦੇ। ਤੁਸੀਂ ਗੱਲ ਦੱਸੀਏ ਕਿ ਡੰਗਰਾਂ ਇਹਨਾਂ ਨੂੰ ਜਾਨਵਰਾਂ ਨੂੰ ਤੇ ਆਪਣੇ ਮੁਲਾਜ਼ਮਾਂ ਨੂੰ ਬੜਾ ਸੌਖਾ ਰੱਖਿਆ, ਕੀ ਵਜ੍ਹਾ ਸੀ ਕਿ ਤੁਹਾਡੇ ਜਿਹੜੇ ਨੇ ਉਹ ਮੁਲਾਜ਼ਮ ਫਿਰ ਵੀ ਨੱਸ ਗਿਆ? ਉਹ ਬਸ ਪਤਾ ਨਹੀਂ ਕੀ ਵਜ੍ਹਾ, ਸਮਝੋ ਬਾਹਰ ਕਿਉਂ ਨੱਸ ਗਿਆ। ਕਾਰੋਬਾਰ ਅੱਛਾ ਆਪਣੇ, ਪਹਿਲਾਂ ਤਾਂ 4 ਦਿਨ ਮਾਰ ਖਾਣੀ ਪੈਂਦੀ ਹੈ, ਫਿਰ ਆਸਤਾ ਆਸਤਾ ਜਿਹੜਾ ਨਾ ਤਜਰਬਾ ਹੁੰਦਾ ਹੈ ਤੇ ਫਿਰ ਕੰਮ ਤੇ ਮਾਸ਼ਾਅੱਲਾ ਬੜਾ ਅੱਛਾ ਹੈ। ਅੱਛਾ, ਸਹੀ ਹੈ। ਤੇ ਕਿੰਨੀਆਂ ਮੱਝਾਂ ਤੋਂ ਸ਼ੁਰੂ ਕਰੇ ਕਾਰੋਬਾਰ ਬੰਦਾ ਜਿਹੜਾ ਨਵਾਂ ਕਰਨਾ ਚਾਹੇ? ਉਹ ਆਪਣੇ ਹਿਸਾਬ ਨਾਲ ਹੀ, ਪੈਸੇ ਦੇ ਹਿਸਾਬ ਨਾਲ। ਤਜਰਬਾ ਤੁਹਾਡਾ ਵੀ 2-2.5 ਸਾਲ ਹੋ ਗਏ ਨੇ, ਕਿੰਨੀਆਂ ਮੱਝਾਂ ਲਿਆਏ? 2 ਲਿਆਏ, 4 ਲਿਆਏ, ਇੱਕ ਮੱਝ ਤੋਂ ਸ਼ੁਰੂ ਕਰੇ ਜਾਂ ਉਹ ਲਹਿਰੀਆਂ ਲਿਆਏ ਜਾਂ ਫਿਰ ਉਹ ਜਿਹੜੀਆਂ ਨੇ ਛੋਟੀਆਂ ਲਿਆਏ, ਕੀ ਲਿਆਏ? ਆਸਤਾ ਆਸਤਾ ਪਹਿਲਾਂ 2-4 ਮੱਝਾਂ ਵੇਖੇ ਤੇ ਸਹੀ ਉਹਨੂੰ ਲੱਗਦਾ ਕੰਮ ਸ਼ਮ, ਤੇ ਆਸਤਾ ਆਸਤਾ ਮੱਝਾਂ ਵਧਾਈ ਜਾਏ, ਕੰਮ ਆਪਣੇ ਹਿਸਾਬ ਦੇ ਨਾਲ सही हो गया। अस्सलाम वालेकुम फ्रेंड्स, आप देख रहे हैं बिजनेस इन्फो ऑफिशियल यूट्यूब चैनल। आज की वीडियो की ख़ास बात यह है कि ये फार्म एक ऐसे शख्स का है जिन्होंने हाल ही में काम शुरू किया, यानी जिनको बफलो फार्मिंग करते हुए 2 से 2.5 साल हुए हैं। वो तमाम दोस्त जो ये कारोबार करना चाहते हैं, नए और पुराने फार्मर्स के लिए ये वीडियो बड़ी अहम है। इस वीडियो में आपको बताया जाएगा कि किसी भी नए फार्मर्स को कौन कौन से मसाइल दरपेश आ सकते हैं। कोई भी नया फार्मर जो कारोबार करेगा वो ये सारी बातें अपने जहन में रखे ताकि बहुत बड़े नुकसान से बच सके। तो आइए नाजरीन, इस वीडियो को देखते हैं। वीडियो को आखिर तक ज़रूर देखिएगा और चैनल को करिएगा सब्सक्राइब, ताकि जैसे ही नई वीडियो आए उसका नोटिफिकेशन आपको मिलता जाए। तो आए वीडियो शुरू करते हैं। अस्सलाम वालेकुम। वालेकुम सलाम। भाईजान की हाल चाल है? शुक्र अल्लाह पाक दा, तुसीं सुनाओ ठीक ठाक हो? अल्हम्दुलिल्लाह। भाई की नाम अपना? मेरा नाम शहबाज अहमद जी। शहबाज भाई माशाल्लाह किन्ने अरसे तो जानवरां दे रखण दा काम कर रहे हो पे? तकरीबन 2-2.5 साल हो गए जी। 2-2.5 साल हो गए ने? हाँ जी। किन्ने के जानवर रखे जे? तकरीबन 10-11 कोई 12 कमैयां जे। ते गायां? गाय कोई भी नहीं जे। ते बच्चे किन्ने ने, कटियां कट्टे किन्ने ने? ए कोई 8-9 जे। ते कुल मिला के किन्ने बन गए फिर? हाँ जी, 20-22 बन जांदे जी। 20-22 माशाल्लाह। 12 मईयां जो दुध देने वालियां किन्नियां ने? दुध देने वालियां तकरीबन 10 दुध देने वालियां, 2 हुण ताज़ा सूइयां ने जे। ठीक है, ਉਹ ਯਾਨੀ ਉਹਨਾਂ ਨੇ ਕੁਝ ਦਿਨਾਂ ਬਾਅਦ ਸਹੀ ਦੁੱਧ? हाँ जी। ਠੀਕ ਹੈ। ਤੇ ਇਹ ਤੁਹਾਡੇ ਜਾਨਵਰਾਂ ਦੇ ਦੁੱਧ ਦੀ ਬੜੀ ਮਸ਼ਹੂਰੀ ਹੈ। ਤੁਹਾਡੀ ਜਿਹੜੀ ਮੱਝ ਜ਼ਿਆਦਾ ਤੋਂ ਜ਼ਿਆਦਾ ਦੁੱਧ ਦਿੰਦੀ ਹੈ ਉਹ ਕਿੰਨਾ ਕੁ ਦੇ ਛੱਡਦੀ? ਉਹ ਤਕਰੀਬਨ ਕੋਈ 9-10 ਕਿਲੋ। 9-10 ਕਿਲੋ ਦੇ ਛੱਡਦੀ ਹੈ? ਦਿੰਦੀ ਸੀ, ਹੁਣ ਘਟ ਗਈ ਹੈ ਕਿ ਜ਼ਾਹਰ ਸੂਈ ਨੂੰ ਵਾਵਾ ਦੇਰ ਹੋ ਗਈ ਹੈ। ਇੱਕ ਟਾਈਮ ਦਾ 9-10 ਕਿਲੋ ਦਿੰਦੀ ਜਾਂ 2 ਟਾਈਮਾਂ ਦਾ? ਹੁਣ ਦਿੰਦੀ ਹੈ, ਪਹਿਲਾਂ ਇੱਕ ਟਾਈਮ ਦਾ ਦਿੰਦੀ ਸੀ 9-10 ਕਿਲੋ, ਤੇ ਹੁਣ ਘਟ ਗਈ ਹੈ। ਹੁਣ ਯਾਨੀ ਜਦੋਂ ਤਾਜ਼ੀ ਸੀ ਉਦੋਂ ਦੇ 20 ਕਿਲੋ ਰੋਜ਼ਾਨਾ ਦੁੱਧ ਕਰਦੀ ਰਹੀ ਹੈ? 20 ਕਿਲੋ ਕਹਿ ਲਓ, 18 ਕਿਲੋ ਨਾ ਕਰਦੀ ਰਹੀ ਹੈ। ਜਦੋਂ ਲਿਆਂਦੀ ਸੀ ਨਾ ਪਿੱਛੂ, ਉਹਨਾਂ ਤੇ ਆਹੀ ਆਖਿਆ ਸੀ। ਅੱਛਾ। ਤੇ ਫਿਰ ਜਿਹੜਾ ਨਾ ਘੱਟ ਹੀ ਸਾਡੇ ਕੋਲ ਫਿਲਹਾਲ ਨਾ ਕਰਦੇ ਉਹਨਾਂ ਦੱਸਿਆ ਸੀ। ਠੀਕ ਹੈ। ਤੇ ਤੁਹਾਡੇ ਹੁਣ ਜਾਨਵਰ ਜਿਹੜੇ ਨੇ ਉਹ ਰੋਜ਼ਾਨਾ ਦਾ ਤੁਹਾਨੂੰ ਕਿੰਨਾ ਕੁ ਦੁੱਧ ਦੇ ਛੱਡਦੇ ਨੇ ਸਵੇਰ ਔਰ ਸ਼ਾਮ 'ਚ? ਉਹ ਤਕਰੀਬਨ ਜਿਹੜਾ ਜੇ ਨਾ ਹੁਣ ਤੇ ਪੱਠੇ ਵੀ ਇਸ ਤਰ੍ਹਾਂ ਘੱਟ ਹੀ ਹੈ ਰਾਸ਼ਰਾ, ਤੇ ਤਕਰੀਬਨ ਕੋਈ 35 ਤੋਂ 40 ਕਿਲੋ ਜਿਹੜਾ ਨਾ ਇੱਕ ਟਾਈਮ ਦਾ ਦੁੱਧ ਹੁੰਦਾ। 40 ਕਿਲੋ ਦੂਸਰੇ ਟਾਈਮ ਦਾ? ਹਾਂਜੀ। 80 ਕਿਲੋ ਦੁੱਧ ਤੁਹਾਨੂੰ ਮਿਲ ਜਾਂਦਾ ਹੈ? ਹਾਂਜੀ। 12 ਜਾਨਵਰਾਂ ਕੋਲੋਂ? ਹਾਂਜੀ। ਜਿਹਦੇ 'ਚ 2 ਇਹ ਤਾਜ਼ੀਆਂ ਸੂਈਆਂ ਨੇ, 10 ਦਾ ਹੀ ਲਾ ਲਓ ਨਾ। ਹਾਂਜੀ। ਨਹੀਂ, ਉਹ ਤਾਂ ਹੀ ਹੈ, ਉਹਨਾਂ ਦਾ ਤੇ ਦੁੱਧ ਵਿੱਚ ਪਾਇਆ ਹੀ ਨਹੀਂ ਨਾ, ਉਹਨਾਂ ਦਾ ਕੱਢ ਕੇ 10 ਕਿਲੋ ਚੋਂ ਤੁਹਾਨੂੰ 80 ਕਿਲੋ ਦੁੱਧ ਮਿਲ ਜਾਂਦਾ। ਹਾਂਜੀ। ਤੇ ਇੱਥੇ ਸਾਡੇ ਕੋਲ ਦੁੱਧ ਦਾ ਰੇਟ ਕੀ ਹੈ ਇਸ ਇਲਾਕੇ 'ਚ? ਇੱਥੇ ਤਕਰੀਬਨ ਜੇ ਹਾਲਤ ਜਿਹੜਾ ਨਾ ਕਈ 100 ਰੁਪਏ ਵੀ ਹਾਲਤ ਤੇ ਹੈ ਨਹੀਂ ਹੁੰਦਾ ਹੈ, ਵੀ 100 ਵੀ ਹੈ, 110 ਵੀ, 120 ਵੀ ਹੈ। ਠੀਕ ਹੈ, ਜ਼ਬਰਦਸਤ। ਤੇ ਤੁਸੀਂ ਇਹਨਾਂ ਨੂੰ ਖਾਣ ਪਿਆਣ 'ਚ ਇਹਨਾਂ ਦੀ ਕੀ ਖਾਤਰ ਮਦਦ ਕਰਦੇ ਹੋ? ਇਹ ਭਾਈ ਦੀ ਇੱਕ ਤੂੜੀ ਸ਼ੂਰੀ ਪਹਾੜੀ ਦੇ, ਚਰੀ ਦੇ ਪੱਠੇ ਪਹਾੜੀ ਦੇ ਨੇ। ਅੱਛਾ। ਤੇ ਉਸ ਤੋਂ ਇਲਾਵਾ ਜੇ ਨਾ ਘੋੜੀ ਖਲ ਭੇਵੀ ਦੀ ਹੈ, ਅੱਛਾ, ਉਹ ਉੱਤੇ ਸੁੱਟ ਦਈ ਦੀ ਪੱਠਿਆਂ ਦੇ। ਉਸ ਤੋਂ ਬਾਅਦ ਫਿਰ ਜੇ ਤੂੜੀ ਸੁੱਕੀ ਸੁੱਟ ਕੇ ਉਹਦੇ ਉੱਤੇ ਫਿਰ ਵੰਡਾ ਛੰਡਾ ਖਲ ਭੇਤੀ ਹੁੰਦੀ ਹੈ। ਹਾਂ ਹਾਂ। ਤੇ ਰੋਟੀਆਂ ਜਾਂ ਭੇਤੀਆਂ ਹੁੰਦੀਆਂ ਨੇ, ਘਰਾ ਭੇਤਾ ਹੁੰਦਾ, ਉਹ ਸੁੱਟ ਦੇਈ ਦੇ ਉੱਤੇ। ਠੀਕ ਹੈ। ਤੇ ਕਿਸ ਟਾਈਮ ਦਿੰਦੇ ਹੋ ਇਹਨਾਂ ਨੂੰ? ਇਹ ਤਕਰੀਬਨ ਸੁਬਹ ਸ਼ਾਮ। ਸੁਬਹ ਸ਼ਾਮ? ਹਾਂਜੀ। ਇੱਕ ਜਾਨਵਰ ਨੂੰ ਸਵੇਰ ਔਰ ਸ਼ਾਮ ਦੇ ਵਿੱਚ ਕਿੰਨਾ ਤੁਸੀਂ ਵੰਡਾ ਦੇ ਛੱਡਦੇ ਹੋ? ਤਕਰੀਬਨ ਕੋਈ 2-2.5 ਕਿਲੋ ਜਿਹੜਾ ਨਾ ਇੱਕ ਟਾਈਮ ਦਾ? ਹਾਂਜੀ। 5 ਕਿਲੋ ਰੋਜ਼ਾਨਾ ਦਾ? ਹਾਂਜੀ। ਤੇ ਉਸ ਤੋਂ ਇਲਾਵਾ ਤੂੜੀ ਕਿੰਨੀ ਰੋਜ਼ਾਨਾ ਦੀ ਖਾ ਛੱਡਦੇ ਨੇ? ਤੂੜੀ ਦਾਦਨ ਵੇਖ ਲਓ, ਕੋਈ
ਪਹਿਲਾਂ ਵੀ ਰਲਾਈ ਹੁੰਦੀ ਹੈ ਪੱਠਿਆਂ ਵਿੱਚ, ਤੇ ਬਾਅਦ ਵਿੱਚ ਜਦੋਂ ਵੰਡੇ ਤੇ ਭਾਈ ਦੀ ਉਦੋਂ ਵੀ ਤਕਰੀਬਨ ਕੋਈ 2-2.5 ਕਿਲੋ ਤੇ ਮੈਂ ਕਿਹਾ ਤੂੜੀ ਪਾਉਂਦੇ ਹੀ ਹੋਏਗਾ, ਬੰਦੇ ਹੀ ਪਾਉਂਦਾ, ਮੈਂ ਤੇ ਹੈ ਨਹੀਂ ਹੁੰਦਾ ਕੋਲ ਠੀਕ ਹੈ, ਕੋਲ ਹੀ ਹੁੰਦਾ, ਮੈਂ ਪਾਉਂਦਾ ਨਹੀਂ ਹੈ। ਸਹੀ ਹੋ ਗਿਆ। ਯਾਨੀ ਤੁਸੀਂ ਮੁਲਾਜ਼ਮ ਰੱਖੇ ਨੇ? ਹਾਂਜੀ 2 ਮੁਲਾਜ਼ਮ ਜੇ। ਯਾਨੀ 2 ਮੁਲਾਜ਼ਮਾਂ ਕੋਲ ਇੰਨੇ ਜਾਨਵਰ ਸੰਭਾਲ ਕਰਦੇ ਨੇ ਆਰਾਮ ਨਾਲ? ਇਨਸ਼ਾਅੱਲਾ ਇੰਨੇ ਲੋਕਾਂ ਦੇ ਬਹੁਤ ਜ਼ਿਆਦਾ ਰੱਖੇ ਨੇ, ਸਾਡੇ 10-12 2 ਮੁਲਾਜ਼ਮ ਰੱਖੇ ਨੇ, ਨਹੀਂ ਤੇ ਇੱਕ ਮੁਲਾਜ਼ਮ 20 ਡੰਗਰ ਵੀ ਸੰਭਾਲਦਾ ਪਿਆ। ਅੱਛਾ, ਜ਼ਬਰਦਸਤ। ਤੇ ਮੁਲਾਜ਼ਮ ਦਾ ਅੱਜ ਕੱਲ੍ਹ ਖਰਚ ਕੀ ਪੈਂਦਾ ਪਿਆ ਤੁਹਾਨੂੰ? ਖਰਚਾ ਤਕਰੀਬਨ ਮਸਨ ਖਰਚਾ ਤਾਂ ਕਾਫੀ ਬਣ ਜਾਂਦਾ, ਤਨਖਾਹ ਤਕਰੀਬਨ ਜਿਹੜੇ ਨੇ ਉਹ 13-14 ਹਜ਼ਾਰ ਤੋਂ ਉਂਝ ਵੀ ਜ਼ਾਹਰ ਕੋਈ ਲੈਣ ਦੇਣ ਜੇ ਮੁਲਾਜ਼ਮ ਮੰਗਦਾ ਚੀਜ਼ ਲੈ ਦੋ। ਠੀਕ ਹੈ। ਤੇ ਤੁਹਾਡੇ ਜਿਹੜੇ ਚਾਰੇ ਦਾ ਹਰੇ ਚਾਰੇ ਦਾ ਖਰਚਾ ਹੈ, ਯਾਨੀ ਕਿੰਨਾ ਹਰਾ ਚਾਰਾ ਲੱਗ ਜਾਂਦਾ ਰੋਜ਼ਾਨਾ ਦਾ? ਹਰਾ ਚਾਰਾ ਆਪਣਾ ਹੀ ਜ਼ਮੀਨ ਸਾਡੀ ਆਪਣੀ ਹੀ, ਫੇਰ ਤੇ ਵਾਹਵਾ ਹੁਣ ਮੁੱਲ ਲੈਣ ਦੇ ਹੁਣ ਤੇ ਜਰਾ ਮਨਾਸਾ ਵੀ ਜਦੋਂ ਹਰਾ ਚਾਰਾ ਆਪਣਾ ਹੀ ਤੇ ਵਾਹਵਾ ਹੀ ਕੋਈ ਰੇੜੇ 2-3 ਰੇੜੇ ਜਿੰਨਾ ਕੁਤਰ ਕੇ ਇਹਨਾਂ ਕੇ ਪਾਉਂਦੇ ਹਨ। ਚਲੋ ਤੁਹਾਡੇ ਤਜਰਬੇ ਦੇ ਮੁਤਾਬਕ ਖਰਚਾ ਪਾ ਕੇ ਔਰ ਜਿਹੜਾ ਦੁੱਧ ਹਾਸਲ ਹੁੰਦਾ ਹੈ ਉਹਨੂੰ ਵੀ ਪਾ ਲਈਏ, ਤੇ ਇਹ ਕੰਮ ਨਫਾ ਬਖਸ਼ ਹੈ ਜਾਂ ਨੁਕਸਾਨਦੇਹ? ਨਹੀਂ, ਫਾਇਦਾ ਹੀ ਲੱਗਦਾ ਹੈ। ਬੰਦਾ ਜੇ ਸਹੀ ਕੰਮ ਨੀਅਤ ਨਾ ਕਰੇ ਇਮਾਨਦਾਰੀ ਨਾਲ ਤਾਂ ਠੀਕ ਹੈ, ਜੇ ਨਹੀਂ ਤੇ ਹੁਣ ਤੇ ਫਿਰ ਨੁਕਸਾਨ ਵੀ, ਜਿਹੋ ਜਿਹਾ ਬੇਈਮਾਨੀ ਕਰੇ ਬੰਦਾ। ਠੀਕ ਹੈ। ਮੱਝਾਂ ਤੁਹਾਂ ਕਿਹੜੀ ਇਲਾਕੇ 'ਚ ਮੰਗਵਾਈਆਂ ਨੇ? ਅਸਾਂ ਪੂਰੇ ਬਹਾੜੀ ਵਾਲੀ ਸਾਈਡ ਤੋਂ, ਚੀਚਾਵਤਨੀ ਤੋਂ, ਇਸ ਤਰ੍ਹਾਂ ਹੀ ਫਿਰ ਟੁਰ ਕੇ ਲਿਆਂਦੀਆਂ ਹਜੇ। ਫਿਰ ਤੁਰ ਕੇ ਮੰਡੀ 'ਚ ਲਿਆਂਦੀ ਜਾਂ ਚੱਕਾਂ 'ਚ? ਨਹੀਂ, ਚੱਕਾਂ 'ਚੋਂ ਲਿਆਂਦੀਆਂ ਨੇ। ਆਪ ਹੀ ਫਿਰ ਕੇ? ਹਾਂਜੀ, ਵੱਡੇ ਭਾਈ ਹਰੀ ਲਿਆਂਦੇ ਹਨ। ਠੀਕ ਹੈ। ਤੇ ਅੱਜ ਕੱਲ੍ਹ ਮੱਝ ਕਿੰਨੇ ਦੀ ਮਿਲ ਜਾਂਦੀ ਹੈ ਕੋਸਤਨ? ਮੱਝ ਫਰਕੋ ਫਰਕੀ ਹੈ, 2 ਲੱਖ ਦੀ ਵੀ ਹੈ, 2.5 ਦੀ ਵੀ ਹੈ, 1.25 ਦੀ ਵੀ ਹੈ। ਮਹਿੰਗੀ ਜਾਂ ਮੱਝਾਂ 3.5 ਲੱਖ ਦੀ ਵੀ, 3 ਦੀ ਵੀ ਲਿਆਂਦੀ ਹੈ। ਠੀਕ ਹੈ, ਜ਼ਬਰਦਸਤ। ਅੱਛਾ ਭਾਈ, ਇਹ ਦੱਸਿਓ ਕਿ ਇਹ ਜਿਹੜੀ ਤੁਸੀਂ ਖੁਰਲੀ ਬਣਾਈ ਹੈ ਕਿੰਨੇ ਫੁੱਟ ਲੰਬੀ ਹੋਵੇ ਤੇ ਕਿੰਨੇ ਜਾਨਵਰ ਚਾਰਾ ਖਾ ਸਕਦੇ ਨੇ? ਇਹ ਤਕਰੀਬਨ ਜਿਹੜੀ ਖੁਰਲੀ ਬਣਾਈ ਹੈ ਨਾ, ਹਾਂ, ਉਹ ਤਕਰੀਬਨ ਜੇ 18 ਜਾਨਵਰ ਬੈਠ ਸਕਦੇ ਨੇ। ਠੀਕ ਹੈ। ਅੱਛਾ ਭਾਈ ਜਾਨ, ਤੁਸੀਂ ਦੱਸਿਆ ਕਿ 3 ਲੱਖ ਤੱਕ ਵੀ ਤੁਸੀਂ ਮੱਝ ਲੈ ਕੇ ਆਏ ਹੋ, ਤੇ ਇਹ ਸ਼ੌਕ ਨਾਲ ਜਾਂ ਤੁਸੀਂ ਕਾਰੋਬਾਰ ਦੇ ਲਿਹਾਜ਼ ਨਾਲ ਲਿਆਂਦੀਆਂ ਨੇ? ਇਹ ਸ਼ੌਕ ਨਾਲ ਹੀ ਲਿਆਂਦੀਆਂ ਨੇ ਹੈਰ। ਅੱਛਾ, ਯਾਨੀ ਸ਼ੌਕ ਵੀ ਪੂਰਾ ਕਰਦੇ ਨਾਲ ਕਾਰੋਬਾਰ ਵੀ ਕਰ ਰਹੇ ਹੋ? ਹਾਂਜੀ। ਅੱਛਾ, ਇਹ ਗੱਲ ਦੱਸੋ, ਜਿਹੜੀ 3 ਲੱਖ ਦੀ ਤੁਹਾਡੀ ਮੱਝ ਤੁਹਾਨੂੰ ਦੱਸਿਆ, ਉਹ ਕਿੰਨਾ ਦੁੱਧ ਦੇ ਦਿੰਦੀ ਹੈ ਦੋਵਾਂ ਟਾਈਮਾਂ ਦਾ? ਉਹੀ ਮੱਝ ਜਿਹੜੀ ਹੈ ਨਾ, ਉਹ ਤਕਰੀਬਨ 2 ਟਾਈਮਾਂ ਦਾ, ਉਦੋਂ ਤੇ ਆਂਦੇ ਹਾਂ ਕੋਈ 20 ਕਿਲੋ ਦੇ ਹੜਦੀ ਹੈ ਜੀ। ਤੇ ਹੁਣ ਜਿਹੜਾ ਨਾ ਹੁਣ ਤੇ ਘਟ ਗਈ, ਹੁਣ ਖਾਂਗੜ ਹੋਈਆਂ ਨੇ, ਹੁਣ ਇਹੋ ਹੀ ਹੈ। ਇਹ ਕੋਈ ਜਿਹੜਾ ਨਾ 8-9 ਕਿਲੋ 10 ਕਿਲੋ ਦਿੰਦੀ ਹੋਏਗੀ ਇੱਕ ਟਾਈਮ ਦਾ? ਨਹੀਂ, ਹੁਣ ਘਟੀ ਹੈ 2 ਟਾਈਮਾਂ ਦਾ। 2 ਟਾਈਮਾਂ ਦਾ 10 ਕਿਲੋ? ਹਾਂਜੀ ਯਾਨੀ 5-5 ਕਿਲੋ ਹੋ ਗਿਆ। ਹਾਂਜੀ ਯਾਨੀ 20 ਤੋਂ ਉਹ 10 ਤੇ ਆ ਗਈ ਹੈ। ਹਾਂਜੀ, ਖਾਂਗੜ ਹੋਈ ਹੈ ਜ਼ਾਰ 6-7 ਮਹੀਨੇ ਹੋ ਗਏ ਨੇ, ਅੱਛਾ, ਤੇ ਜ਼ਾਰ ਖਾਂਗੜ ਹੋ ਗਈ ਹੈ ਤੇ ਉਹਦੀ ਵਜ੍ਹਾ ਨਾਲ। ਠੀਕ ਹੈ। ਤੇ ਦੁੱਧ ਜਿਹੜਾ ਵੀ ਤੁਸੀਂ ਆਪਣੇ ਲੋਕਲ ਹੀ ਵੇਚ ਰਹੇ ਹੋ ਜਾਂ ਕਿਤੇ ਨਹੀਂ, ਇਹ ਮਹੱਲੇਦਾਰ ਹੀ ਲਾਈ ਜਾਂਦੇ ਨੇ। ਯਾਨੀ ਤੁਸੀਂ ਦੱਸਿਆ ਤੁਹਾਨੂੰ 40 ਕਿਲੋ ਦੁੱਧ ਦੱਸਿਆ ਰਿਹਾ, 50 ਕਿਲੋ? 35 ਕਿਲੋ 40 ਕਿਲੋ ਨਾ ਦੁੱਧ। ਤੇ ਇਹ ਇੱਥੇ ਹੀ ਖਪਤ ਹੋ ਜਾਂਦਾ ਸਾਰਾ ਦੁੱਧ? ਇੱਥੇ ਮਹੱਲੇ ਨਹੀਂ ਦੋਧੀ ਵਾਲੇ ਮਹੱਲੇ ਵਾਲੇ ਲਾਈ ਜਾਂਦੇ ਨੇ। ਉਹ ਇੱਥੇ ਆ ਕੇ ਖੜਦੇ ਨੇ ਜਾਂ ਤੁਸੀਂ ਇੱਥੇ ਨਹੀਂ, ਇਹ ਡੇਰੇ ਤੇ ਹੀ ਲਾਈ ਜਾਂਦੇ ਨੇ। ਜੇ ਕੋਈ ਇੱਕ ਅੱਧਾ ਬੰਦਾ ਹੋਏ ਤਾਂ ਬਹੁਤਾ ਤੰਗ ਕਰੇ ਤੇ ਕਿਸੇ ਨੂੰ ਦਿਹਾੜੀ ਦਾ, ਨਹੀਂ ਤੇ ਬਾਕੀ ਇੱਥੇ ਆ ਕੇ ਸਾਰੇ ਹੀ ਲਾਈ ਜਾਂਦੇ ਨੇ। ਸੁਬਹ ਮਤਲਬ ਸੁਬਹ ਔਰ ਸ਼ਾਮ ਟਾਈਮ ਤੁਹਾਡਾ ਦੁੱਧ ਵਿਕ ਜਾਂਦਾ? ਔਰ ਇਹ ਦੱਸਿਓ ਕਿ ਪੈਸੇ ਨਗਦ ਲੈਂਦੇ ਹੋ ਜਾਂ ਮਹੀਨੇ ਬਾਅਦ ਲੈਂਦੇ ਹੋ? ਪੈਸੇ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਨਾ ਮਹੀਨੇ ਬਾਅਦ ਹੀ ਲਈਦੇ ਨੇ। ਕੋਈ ਵਿੱਚ ਇੱਕ ਅੱਧਾ ਗਾਹਕ ਹੈ ਜਿਹੜਾ 10 ਦਿਨਾਂ ਬਾਅਦ ਦਿੰਦਾ, ਨਹੀਂ ਤੇ ਜ਼ਿਆਦਾ ਨਗਦ ਹੀ। ਉਹ ਤੁਹਾਨੂੰ ਫਾਇਦਾ ਹੋ ਜਾਂਦਾ ਵੀ ਇਕੱਠੇ ਪੈਸੇ? ਹਾਂਜੀ, ਇਕੱਠਿਆਂ ਦਾ ਫਾਇਦਾ ਹੋ ਜਾਂਦਾ। ਅੱਛਾ, ਇਹਦੇ ਚ ਕੋਈ ਮਸਾਇਲ ਵੀ ਦੱਸਿਓ, ਕੋਈ ਤੁਹਾਨੂੰ ਪ੍ਰੋਬਲਮ ਵੀ ਕੋਈ ਸਾਹਮਣਾ ਕਰਨਾ ਪੈਂਦਾ, ਬਿਮਾਰੀ ਜਾਂ ਉਂਝ ਕੋਈ ਉਹਨਾਂ ਦੇ ਮਾਮਲਾਤ? ਨਹੀਂ, ਫਿਲਹਾਲ ਬਿਮਾਰੀ ਤੇ ਨਹੀਂ, ਉਂਝ ਵੀ ਛੋਟਾ ਮੋਟਾ ਬੁਖਾਰ ਵਗੈਰਾ ਹੋਈਏ ਤੇ ਡਾਕਟਰ ਨੂੰ ਵਿਖਾ ਲਈਦਾ, ਟੀਕਾ ਸ਼ੀਕਾ ਲਗਾ ਦਈਦਾ। ਹੋਰ ਕੋਈ ਉਹੋ ਜਿਹੀ ਬਿਮਾਰੀ ਵਾਲਾ ਕੋਈ ਅਜੇ ਤੱਕ ਮਸਲਾ ਤਾਂ ਨਹੀਂ ਹੋਇਆ। ਠੀਕ ਹੈ। ਤੂੜੀ ਜਿਹੜੀ ਤੁਸੀਂ ਪਾ ਰਹੇ ਹੋ ਉਹ ਘਰ ਦੀ ਪਾ ਰਹੇ ਹੋ ਜਾਂ ਮੁੱਲ ਲੈ ਕੇ ਪਾ ਰਹੇ ਹੋ? ਤੂੜੀ ਜਿਹੜੀ ਹੈ ਨਾ, ਅਸੀਂ ਘਰ ਦੀ ਵੀ ਬਣਵਾਈ ਦੀ ਹੈ। ਘਰ ਦੀ ਵੀ ਪਾਉਂਦੇ ਹੋ? ਤੇ ਅਗਰ ਮੁੱਲ ਲੈਣੀ ਪਏ ਤੇ ਉਹ ਸਹੀ ਮਿਲ ਜਾਂਦੀ ਹੈ? ਸੁਣਿਆ ਕਿ ਤੂੜੀ ਸਹੀ ਨਹੀਂ ਮਿਲਦੀ। ਚਲੋ ਤੁਹਾਨੂੰ ਉਹਦੇ ਬਾਰੇ 'ਚ ਨਹੀਂ। ਅੱਛਾ, ਇਹ ਦੱਸਿਓ ਕਿ ਜਿਹੜੇ ਤੁਹਾਡੇ ਬਛੜੇ ਨੇ ਇਹ ਨਾਲ ਦੇ, ਤੇ ਇਹਦੇ ਜਾਜ ਜਿਹੜੇ ਨੇ ਉਹ ਘਰ ਦੇ ਪਾਲਦੇ ਹੋ ਜਾਂ ਇਹਨਾਂ ਨੂੰ ਵੇਚ ਛੱਡਦੇ ਹੋ? ਇਹ ਫਿਲਹਾਲ ਅਸੀਂ ਤਾਂ ਜਿਹੜਾ ਨਾ ਹਈਏ ਥੋੜ੍ਹੀ ਦੇਰ ਹੀ ਛੋਟੇ ਹੀ ਨੇ, ਹਈਏ ਤੇ ਫਿਲਹਾਲ ਰੱਖਣੇ ਹੀ ਜੇ ਪਾਲਣੇ ਹੀ ਨੇ। ਕਿੰਨੀ ਉਮਰ 'ਚ ਵੇਚਦੇ ਹੋ? ਹਈਏ ਵੇਚੇ ਹੀ ਨਹੀਂ, ਹਈਏ ਥੋੜ੍ਹੀ ਦੇਰ ਹੋਈ ਹੈ ਕੰਮ ਸ਼ੁਰੂ ਕੀਤੇ। ਕਿੰਨੇ ਸਾਲ ਹੋ ਗਏ ਕੰਮ ਸ਼ੁਰੂ ਕੀਤੇ? ਇਹ ਤਕਰੀਬਨ 2-2.5 ਸਾਲ ਹੀ ਆ ਦੱਸਣ ਦੇ, ਜਾਂ ਹਈਏ ਜਾਂ ਥੋੜ੍ਹੀ ਦੇਰ ਲਾ ਲਓ। ਅੱਛਾ, ਨੌਕਰਾਂ ਦੇ ਕੋਈ ਮਸਾਇਲ ਤੁਹਾਨੂੰ ਆਉਂਦੇ ਤੇ ਨਹੀਂ? ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਅਸੀਂ ਆਪ ਹੀ ਨਹੀਂ ਕੰਮ ਕਰਦੇ, ਅਸੀਂ ਜ਼ਿਆਦਾ ਉਹਨਾਂ ਨੂੰ ਨਿਗਰਾਨੀ ਕਰਨੇ ਆ, ਉਹੀ ਕੰਮ ਕਰਦੇ ਨੇ। ਉਹਨਾਂ ਦੇ ਕੋਈ ਹੋਰ ਮਸਾਇਲ ਨੇ? ਅਗਰ ਨੌਕਰ ਨੱਸ ਜੇ ਜਾਂ ਕੋਈ ਮਾਮਲਾ ਬਣ ਜਾਏ ਜਾਂ ਉਹਨੂੰ ਕਿਤੇ ਜਾਣਾ ਪਈਏ ਤੇ ਫਿਰ ਆਪ ਹੀ ਕਰਦੇ ਹੋ ਜਾਂ ਫਿਰ ਤੁਹਾਨੂੰ ਮਸਲਾ ਸਾਹਮਣੇ ਆ ਜਾਂਦਾ ਨੌਕਰਾਂ ਦਾ? ਆਉਂਦਾ ਤਾਂ ਸਹੀ ਹੈ, ਫਿਰ ਨਾਲ ਬੰਦਾ ਪਿੱਛਾ ਜੀ ਮੁੰਡਾ ਨੱਸ ਗਿਆ ਸੀ 2-2.5 ਮਹੀਨੇ ਹੋਏ ਨੇ, ਆਪੀ ਤੇ ਹਰ ਨਹੀਂ ਕਦੀ ਕੀਤਾ। ਫਿਰ ਨਾਲ ਧਾਰਾਂ ਸ਼ਾਹਾਂ ਦੀ ਜਾਂਚ ਤੇ ਕੋਈ ਨਹੀਂ ਹੈ,
ਆਪੀ ਜਿਹੜਾ ਨਾਲ ਫਿਰ ਦੌੜ ਭੱਜ ਕਰਕੇ ਡੰਗਰ ਗਾਂ ਪਿਛਾ ਬੰਨੇ ਬੁੰਨੇ ਪੱਠੇ ਵੀ ਪਾਉਣੇ ਪੈਣ ਤੇ ਪਾ ਲਈਦੇ ਨੇ। ਤੁਸੀਂ ਗੱਲ ਦੱਸੀਏ ਕਿ ਅਸੀਂ ਡੰਗਰਾਂ ਨੂੰ, ਇਹਨਾਂ ਨੂੰ, ਜਾਨਵਰਾਂ ਨੂੰ ਤੇ ਆਪਣੇ ਮੁਲਾਜ਼ਮਾਂ ਨੂੰ ਬੜਾ ਸੌਖਾ ਰੱਖਿਆ, ਕੀ ਵਜ੍ਹਾ ਸੀ ਕਿ ਤੁਹਾਡੇ ਜਿਹੜੇ ਨੇ ਉਹ ਮੁਲਾਜ਼ਮ ਫੇਰ ਵੀ ਨੱਸ ਗਿਆ? ਉਹ ਬਸ ਪਤਾ ਨਹੀਂ ਕੀ ਵਜ੍ਹਾ, ਸਮਝੋ ਬਾਹਰ ਕਿਉਂ ਨੱਸ ਗਏ। ਉਂਝ ਤੇ ਉਹ ਸਹੀ ਸੀ ਸਾਡੇ ਨਾਲ, ਉਹ ਸਮਝੋ ਬਾਹਰ ਕੀ ਵਜ੍ਹਾ ਪਤਾ ਨਹੀਂ ਲੱਗਾ ਵੀ ਕੀ ਕਿਉਂ ਨੱਸ ਗਿਆ। ਉਂਝ ਤੇ ਸਹੀ ਰੱਖੇ ਦਾ ਸੀ ਉਹ ਹਜੇ ਗੁਜਰਾਲ ਦੇ ਨਾਲ ਪਿੰਡ ਉੱਥੋਂ ਦਾ ਸੀ, ਨਾਂ ਨਹੀਂ ਆ ਰਿਹਾ। ਅੱਛਾ, ਸ਼ਾਹਕੋਟ ਦਾ ਹੀ ਯਾਨੀ ਐਸੇ ਇਲਾਕੇ ਦਾ ਸੀ ਉਸ, ਕਿਉਂਕਿ ਜ਼ਿਆਦਾ ਤੇ ਉਹ ਦੂਸਰੇ ਜਨੂਬੀ ਪੰਜਾਬ ਚੋਂ ਆਉਂਦੇ ਨੇ ਨਾ। ਅੱਛਾ, ਹੁਣ ਇਹ ਗੱਲ ਦੱਸਿਓ ਕਿ ਜਦੋਂ ਕੋਈ ਜਾਨਵਰ ਤੁਹਾਡਾ ਅਗਰ ਬਿਮਾਰ ਹੋ ਜਾਂਦਾ ਹੈ ਤੇ ਉਦੋਂ ਡਾਕਟਰ ਫੌਰੀ ਤੌਰ 'ਤੇ ਤੁਹਾਨੂੰ ਮਿਲ ਜਾਂਦਾ ਹੈ? ਹਾਂਜੀ ਮਿਲ ਜਾਂਦਾ। ਯਾਨੀ ਫੋਨ ਕਰੋ ਤੇ ਉਹ ਆ ਜਾਂਦਾ? ਹਾਂਜੀ ਠੀਕ ਹੋ ਗਿਆ। ਦੁੱਧ ਵੀ ਤੁਹਾਨੂੰ, ਦੁੱਧ ਦਾ ਵੀ ਕੋਈ ਮਸਲਾ ਨਹੀਂ? ਹਾਂਜੀ। ਜਿਹੜਾ ਬੰਦਾ ਨਵਾਂ ਇਹ ਕਾਰੋਬਾਰ ਕਰਨਾ ਚਾਹੁੰਦਾ ਹੈ ਉਹਨੂੰ ਤੁਸੀਂ ਕੀ ਮਸ਼ਵਰਾ ਦੇਣਾ ਚਾਹੋਗੇ ਕਿ ਇਹ ਕਾਰੋਬਾਰ ਚੰਗਾ ਹੈ ਔਰ ਕਰਨਾ ਚਾਹੀਦਾ ਹੈ? ਅਗਰ ਕਰਨਾ ਚਾਹੀਦਾ ਤਾਂ ਕਿਸ ਤਰ੍ਹਾਂ ਕਰਨਾ ਚਾਹੀਦਾ? ਕਾਰੋਬਾਰ ਅੱਛਾ ਹੈ ਆਪਣੇ। ਪਹਿਲਾਂ ਤਾਂ 4 ਦਿਨ ਮਾਰ ਖਾਣੀ ਪੈਂਦੀ ਹੈ, ਫਿਰ ਆਸਤਾ ਆਸਤਾ ਜਿਹੜਾ ਨਾ ਤਜਰਬਾ ਹੁੰਦਾ ਹੈ ਤੇ ਫਿਰ ਕੰਮ ਤੇ ਮਾਸ਼ਾਅੱਲਾ ਬੜਾ ਅੱਛਾ ਹੈ। ਅੱਛਾ, ਸਹੀ ਹੈ। ਤੇ ਕਿੰਨੀਆਂ ਮੱਝਾਂ ਤੋਂ ਸ਼ੁਰੂ ਕਰੇ ਕਾਰੋਬਾਰ ਬੰਦਾ ਜਿਹੜਾ ਨਵਾਂ ਕਰਨਾ ਚਾਹੇ? ਉਹ ਆਪਣੇ ਹਿਸਾਬ ਨਾਲ ਹੀ, ਪੈਸੇ ਦੇ ਹਿਸਾਬ ਤੁਹਾਡਾ ਨਾਲ। ਕੀ ਤਜਰਬਾ ਹੈ? ਤੁਹਾਡਾ ਵੀ 2-2.5 ਸਾਲ ਹੋ ਗਏ ਨੇ। ਕਿੰਨੀਆਂ ਮੱਝਾਂ ਲਿਆਏ? 2 ਲਿਆਏ, 4 ਲਿਆਏ? ਇੱਕ ਮੱਝ ਤੋਂ ਸ਼ੁਰੂ ਕਰੇ ਜਾਂ ਉਹ ਲਹਿਰੀਆਂ ਲਿਆਏ ਜਾਂ ਫਿਰ ਉਹ ਜਿਹੜੀਆਂ ਨੇ ਝੋਟੀਆਂ ਲਿਆਏ? ਕੀ ਲਿਆਏ? ਆਸਾ ਆਸਾ ਪਹਿਲਾਂ 2-4 ਮੱਝਾਂ ਵੇਖੇ ਤੇ ਸਹੀ ਉਹਨੂੰ ਲੱਗਦਾ ਕੰਮ ਸ਼ਮ, ਤੇ ਆਸਾ ਆਸਾ ਮੱਝਾਂ ਵਧਾਈ ਜਾਏ, ਕੰਮ ਆਪਣੇ ਹਿਸਾਬ ਦੇ ਨਾਲ। ਸਹੀ ਹੋ ਗਿਆ। ਅੱਛਾ, ਕੋਈ ਐਸੀ ਗੱਲ ਦੱਸਿਓ ਕਿ ਜਿਹੜੀ ਅਸੀਂ ਤੁਹਾਨੂੰ ਨਹੀਂ ਪੁੱਛ ਸਕੇ ਔਰ ਤੁਸੀਂ ਦੱਸਣਾ ਚਾਹੋ ਨਾਜ਼ਰੀਨ ਨੂੰ ਕਿ ਅਗਰ ਮੱਝਾਂ ਰੱਖਣੀਆਂ ਨੇ, ਇਹ ਕਾਰੋਬਾਰ ਕਰਨਾ ਹੈ ਤੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਤੁਹਾਨੂੰ, ਕੋਈ ਮਸ਼ਵਰਾ ਆਪਣੇ ਤੌਰ ਦੇਣਾ ਚਾਹੁੰਦੇ ਹੋ? ਅੱਛਾ ਜੀ, ਤੁਸੀਂ ਕੋਈ ਬੰਦਾ ਤੁਹਾਡੇ ਨਾਲ ਅਗਰ ਗੱਲਬਾਤ ਕਰਨਾ ਚਾਹੇ ਜਾਂ ਕੋਈ ਪੁੱਛਣਾ ਚਾਹੇ ਤਾਂ ਨੰਬਰ ਆਪਣਾ ਸ਼ੇਅਰ ਕਰ ਦਿਓ ਸਾਡੇ ਨਾਲ। ਠੀਕ ਹੈ ਜੀ, 0321 ਜੀ 618579। ਬਹੁਤ ਸ਼ੁਕਰੀਆ ਜੀ, ਤੁਸੀਂ ਬੜਾ ਇੱਕ ਅੱਛਾ ਇੰਟਰਵਿਊ ਦਿੱਤਾ ਔਰ ਤੁਸੀਂ ਬੜੀ ਸਾਦਾ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ। ਬਹੁਤ ਸ਼ੁਕਰੀਆ, ਜਜ਼ਾਕ ਅੱਲਾ ਜੀ। ਅਸਲਾਮ ਅਲੈਕੁਮ। ਵਾਲੇਕੁਮ।